ਇਹਦਾ ਕੋਈ ਪ੍ਰਚਾਰ ਹੋਣਾ ਚਾਹੀਦਾ, ਨਾ ਇਹਦਾ ਕੋਈ ਬੋਰਡ ਲੱਗੇ, ਨਾ ਕੋਈ ਫਿਲਮ ਲੱਗੇ। ਇਹ ਜੇ ਲੱਗੂਗੀ ਤੇ ਇਹਦਾ ਅਰਥ ਇਹ ਆ ਵੀ ਹਕੂਮਤ ਆਪ ਚਾਹੁੰਦੀ ਹੈ ਵੀ ਪੰਜਾਬ ਦੇ ਵਿੱਚ ਅੱਗ ਲਾਈ ਜਾਵੇ। ਸੰਤ ਬਾਬਾ ਅਤਲ ਸਿੰਘ ਮਸਤੂਆਣੇ ਵਾਲੇ ਦੀ ਜਿਹੜੀ ਬਰਸੀ ਹੈ ਉਹਦੇ ਸੰਬੰਧ 'ਚ ਹਾਜ਼ਰੀ ਭਰਨ ਆਏ ਆ। ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਹੈ। ਸੰਗਤਾਂ ਦੇਖੋ, ਇਹ ਬ੍ਰਹਮ ਗਿਆਨੀਆਂ ਦੀ ਸੰਤਾਂ ਦੀ ਇੱਕ ਮਹਿਮਾ ਵੀ ਜਿਹੜੇ ਕਰੀਬ 100 ਸਾਲ ਹੋ ਚੱਲਿਆ ਉਹਨਾਂ ਨੂੰ ਸੰਸਾਰ ਤੋਂ ਗਿਆ ਨੂੰ, ਪਰ ਅਜੇ ਵੀ ਉਹਨਾਂ ਦੇ ਨਾਮ ਦੇ ਵਿੱਚ ਸੰਗਤਾਂ ਜੁੜਦੀਆਂ ਨੇ। ਸੋ ਸਾਨੂੰ, ਅਸੀਂ ਧਰਮ ਪ੍ਰਚਾਰ ਦੀ ਜਦੋਂ ਲਹਿਰ ਤੋਰੀ ਹੈ, ਅਸੀਂ ਆਪਣੀਆਂ ਕਮੀਆਂ ਦੇ ਖਿਲਾਫ ਵੀ ਲੜ ਰਹੇ ਹਾਂ ਤੇ ਸਮਾਜਿਕ ਕ੍ਰਿਤੀਆਂ ਦੇ ਖਿਲਾਫ ਵੀ ਜਿਹੜਾ ਲੜ ਰਹੇ ਹਾਂ। ਨਿੱਜੀ ਆਪਣੀ ਸਾਡੀ ਵੀ ਇੱਕ ਗਰੋਥ ਹੈ ਤੇ ਸਮਾਜ ਦੀ ਵੀ ਜਿਹੜੀ ਇੱਕ ਸਮਾਜ ਸਾਡਾ ਜਿਹੜਾ ਰੁਕਿਆ ਹੋਇਆ ਉਹ 'ਚ ਨਸ਼ਿਆਂ ਦਾ ਕੋੜ ਹੈ, ਹੋਰ ਤਰ੍ਹਾਂ ਦੇ ਬਥੇਰੇ ਆਪਣੇ ਕੋਲ ਹੈਗਾ ਵਾ ਮਸਲਾ। ਸੋ ਮੈਨੂੰ ਇਹ ਲੱਗਦਾ ਵੀ ਸਾਨੂੰ ਉਹਨਾਂ ਦੇ ਜੀਵਨ ਤੋਂ ਇੱਕ ਪ੍ਰੇਰਨਾ ਮਿਲਦੀ ਹੈ ਵੀ ਕਿਵੇਂ ਉਹਨਾਂ ਨੇ ਜਦੋਂ ਫੌਜ ਦੀ ਨੌਕਰੀ ਛੱਡ ਕੇ ਫਿਰ ਨਾਮ ਬਾਣੀ ਵੱਲ ਜੁੜੇ ਹੈ। ਇਹ ਸਾਰਾ ਕੁਝ ਸਾਨੂੰ ਵੀ ਆਪਣੇ ਜੀਵਨ 'ਚ ਲਾਗੂ ਕਰਨ ਦੀ ਲੋੜ ਹੈ। ਸੋ ਅੱਜ ਸੰਗਤਾਂ ਦਾ ਵੀ ਭਾਰੀ ਉਤਸ਼ਾਹ ਹੈ ਤੇ ਅਸੀਂ ਛੇਤੀ ਸੰਗਤਾਂ ਨੂੰ ਸੰਬੋਧਨ ਵੀ ਕਰਾਂਗੇ। ਭਾਈ ਸਾਹਿਬ, ਡੇਰਾ ਮੁਖੀ ਨੂੰ ਬਾਰ-ਬਾਰ ਪੈਰੋਲ ਮਿਲਦੀ ਰਹੀ ਆ, ਹੁਣ ਵੀ ਸਲਾਬਤਪੁਰੇ ਬੀਤੇ ਦਿਨ ਇੱਕ ਵੱਡਾ ਇਕੱਠ ਹੋਇਆ, ਸਤਸੰਗ ਕੀਤਾ ਉਹਨੇ, ਵਰਚੁਅਲ ਚਾਹੇ ਸਤਸੰਗ ਹੋਇਆ, ਇਸ ਸੰਬੰਧੀ ਤੁਹਾਡਾ ਕੀ ਕਹਿਣਾ? ਦੇਖੋ, ਇਹ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਇਲਜ਼ਾਮ ਬਾਅਦ ਸਿੱਖਾਂ ਤੇ ਲਾਇਆ ਜਾਂਦਾ ਹੈ, ਪਰ ਜਿਹੜੀ ਗੱਲ ਇੱਕ ਬੰਦਾ ਜਿਹੜਾ ਕਨਵਿਕਟਡ ਹੈ, ਜਿਹਨੂੰ ਸਜ਼ਾ ਹੋ ਚੁੱਕੀ, ਬਲਾਤਕਾਰ ਵਰਗੇ ਦੋਸ਼ ਸਾਬਤ ਹੋ ਚੁੱਕੇ, ਬੰਬ ਧਮਾਕੇ ਦੇ ਵਿੱਚ ਨਾਂ ਆ ਚੁੱਕਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਉਹਦਾ ਨਾਂ ਆ ਚੁੱਕਾ ਹੈ, ਉਸ ਬੰਦੇ ਨੂੰ ਪਹਿਲਾਂ ਤੇ ਪੈਰੋਲ ਦੇਣੀ ਤੇ ਉਹਨੂੰ ਛੁੱਟੀ ਦੇਣੀ ਤੇ ਸਮਾਜ ਲਈ, ਕਿਉਂਕਿ ਸਿੱਖਾਂ ਦੀ ਛੁੱਟੀ ਇਸ ਕਰਕੇ ਨਹੀਂ ਇਹ ਦਿੰਦੇ ਵੀ ਸਮਾਜ ਲਈ ਖਤਰਾ ਹੋ ਸਕਦਾ ਹੈ। ਜਿਹੜਾ ਬੰਦਾ ਸਮਾਜ ਲਈ ਐਡਾ ਵੱਡਾ ਕਲੰਕ ਹੈ ਉਹਨੂੰ ਛੁੱਟੀ ਦੇਣੀ, ਫਿਰ ਉਹਦਾ ਫਿਰ ਸਤਸੰਗ ਕਰਾਉਣੇ। ਮੈਨੂੰ ਲੱਗਦਾ ਵੀ ਇਹ ਨਿਰੰਕਾਰੀ ਜੋ ਕੁਝ ਵਾਪਰਿਆ ਸੀ ਕਾਂਡ, ਉਦੋਂ ਸਰਕਾਰੀ ਸ਼ਹਿਰ ਦੇ ਉੱਤੇ ਨਿਰੰਕਾਰੀਆਂ ਨੂੰ ਸ਼ਹਿ ਦੇ ਕੇ ਤੇ ਸਮਾਗਮ ਕਰਾਉਣ ਦੀ ਜਿੱਦ 'ਚ ਸਰਕਾਰ ਨੇ ਜੋ ਕੁਝ ਪੰਜਾਬ ਨੂੰ ਅੱਗ ਲਾਈ ਸੀ, ਇਹ ਦੁਬਾਰਾ ਕੋਸ਼ਿਸ਼ ਕਰ ਰਹੇ ਆ। ਪਰ ਉਹਦਾ ਹੁਣ ਦੋਸ਼ ਫਿਰ ਇਹਨਾਂ ਦੇ ਸਿਰ ਹੀ ਜਾਊਗਾ, ਹਕੂਮਤ ਦੇ ਸਿਰ। ਜੇ ਪੰਜਾਬ ਦਾ ਮਾਹੌਲ ਵਿਗੜਦਾ ਤੇ ਉਹਦਾ ਦੋਸ਼ ਸਿੱਖਾਂ ਦੇ ਸਿਰ ਨਹੀਂ ਹੋ ਸਕਦਾ, ਕਿਉਂਕਿ ਅਸੀਂ ਤੇ ਦਲੀਲਾਂ ਪੀਲਾਂ ਵਾਲੇ ਰਾਹ ਸਾਰੇ ਹੀ ਵੇਖ ਲਏ ਨੇ। ਇਸ ਬੰਦੇ ਨੂੰ ਇੰਨਾ ਜ਼ੋਰ ਲਾ ਕੇ ਇੰਨੇ ਕੇਸਾਂ ਦੇ ਵਿੱਚ ਇਹਨੂੰ ਉਮਰ ਕੈਦ ਹੋਈ ਹੈ, ਤੇ ਜੇ ਉਮਰ ਕੈਦ ਦਾ ਅਰਥ ਕੀ ਹੈ ਵੀ ਜੇ ਬੰਦਾ ਇਹ ਮਹਿਮਾਨਾਂ ਵਾਂਗੂ ਅੰਦਰ ਵੀ ਰਵੇ ਤੇ ਬਾਹਰ ਆਣ ਕੇ ਆਪਣੀਆਂ ਮਨਮਰਜ਼ੀਆਂ ਕਰੇ। ਔਰ ਪੰਜਾਬ ਦੇ ਵਿੱਚ ਇਹਦਾ ਪੂਰਨ ਤੌਰ ਤੇ ਬਾਈਕਾਟ ਹੈ। ਨਾ ਇਹਦਾ ਕੋਈ ਸਤਸੰਗ ਹੋਣਾ ਚਾਹੀਦਾ, ਨਾ ਇਹਦਾ ਕੋਈ ਪ੍ਰਚਾਰ ਹੋਣਾ ਚਾਹੀਦਾ, ਨਾ ਇਹਦਾ ਕੋਈ ਬੋਰਡ ਲੱਗੇ, ਨਾ ਕੋਈ ਫਿਲਮ ਲੱਗੇ। ਇਹ ਜੇ ਲੱਗੂਗੀ ਤੇ ਇਹਦਾ ਅਰਥ ਇਹ ਆ ਵੀ ਹਕੂਮਤ ਆਪ ਚਾਹੁੰਦੀ ਹੈ ਵੀ ਪੰਜਾਬ ਦੇ ਵਿੱਚ ਅੱਗ ਲਾਈ ਜਾਵੇ। ਭਾਈ ਸਾਹਿਬ, ਪੈਰੋਲ ਨੂੰ ਲੈ ਕੇ ਤਾਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਡੇਰਾ ਮੁਖੀ ਨੂੰ ਪੈਰੋਲ ਦਿੰਦੀ ਹੈ, ਪਰ ਪੰਜਾਬ ਸਰਕਾਰ ਵੀ ਜਿਹੜੀ ਹੈ ਉਹ ਹੁਣ ਸਤਸੰਗ ਕਰਾਉਣ ਲੱਗ ਪਈ, ਭਾਵੇਂ ਵਰਚੁਅਲੀ ਨੇ। ਤੁਸੀਂ ਦੇਖ ਲਓ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਸੀ। ਪੰਜਾਬ ਸਰਕਾਰ ਦੀ ਕੀ ਭੂਮਿਕਾ ਮੰਨਦੇ ਹੋ ਵੀ ਕਿੰਨੀ ਕੁ ਭੂਮਿਕਾ ਹੈ ਇਹਦੇ ਵਿੱਚ? ਪੰਜਾਬ ਸਰਕਾਰ ਤੇ ਕੇਂਦਰ ਸਰਕਾਰ 'ਚ ਕੋਈ ਫਰਕ ਨਹੀਂ। ਸਿੱਖਾਂ ਦੇ ਵਿਰੋਧ 'ਚ ਖੜਨਾ ਹੋਵੇ ਤੇ ਇਹ ਦੋਵੇਂ ਸਰਕਾਰਾਂ ਇਕੱਠੀਆਂ ਹੋ ਕੇ ਕੰਮ ਕਰਦੀਆਂ। ਆਪਸੀ ਕੋਈ ਮਾੜੇ ਮੋਟੇ ਇਹਨਾਂ ਦੇ ਰਾਜਨੀਤਿਕ ਮਤਭੇਦ ਜ਼ਰੂਰ ਨੇ ਆਪਸ 'ਚ, ਪਰ ਜਦੋਂ ਸਿੱਖਾਂ ਦੀ ਵਾਰੀ ਆ ਜਾਵੇ, ਬੰਦੀ ਸਿੰਘਾਂ ਨੂੰ ਨਾ ਛੱਡਣ ਦਾ ਮਸਲਾ ਹੋਵੇ ਤੇ ਇਹ ਵੀ ਸਰਕਾਰ ਤੇ ਉਹ ਵੀ ਸਰਕਾਰ ਇਕੱਠੀ ਹੈ। ਪੰਜਾਬ ਦਾ ਪਾਣੀ ਲੁੱਟਣਾ ਹੋਵੇ, ਦੋਵੇਂ ਸਰਕਾਰਾਂ ਇੱਕ ਜਗ੍ਹਾ ਤੇ ਖੜ ਜਾਂਦੀਆਂ। ਪੰਜਾਬ ਨਾਲ ਧੱਕਾ ਕਰਨਾ ਹੋਵੇ, ਨਸ਼ਿਆਂ ਦੇ ਮਸਲਿਆਂ ਦੇ ਉੱਤੇ ਕੋਈ ਗੱਲ ਕਰਨੀ ਹੋਵੇ ਤੇ ਦੋਵੇਂ ਧਿਰਾਂ ਪੰਜਾਬ ਦੇ ਉਲਟ ਖੜਦੀਆਂ। ਸੋ ਸਾਡੇ ਲਈ ਕੋਈ ਫਰਕ ਨਹੀਂ ਇਹਨਾਂ ਦੇ ਵਿੱਚ। ਅਸੀਂ ਤੇ ਇੱਕ ਬਸਤੀਵਾਦੀ ਜਿਹੜਾ ਪੰਜਾਬ ਆ ਉਹ ਭੋਗ ਰਿਹਾ ਹੈ। ਅਸੀਂ ਬਸਤੀ ਆ, ਪੰਜਾਬ ਦੇ ਲੋਕ ਜਿਹੜੇ ਬਸਤੀਵਾਦੀ ਜੀਵਨ ਜੀ ਰਹੇ ਆ। ਔਰ ਉਹਦੇ 'ਚ ਹੁੰਦਾ ਕੀ ਹੈ ਵੀ ਸਾਡੇ ਉੱਤੇ ਜੇ ਮੁੱਖ ਮੰਤਰੀ ਬਿਠਾਉਂਦੇ ਨੇ ਉਹ ਦਿੱਲੀ ਦਾ ਜਿਹੜਾ ਗੁਲਾਮ ਬਣ ਕੇ ਇੱਥੇ ਵਿਚਰਦਾ ਹੈ ਤੇ ਉਹ ਦਿੱਲੀ ਦੀਆਂ ਪਾਲਿਸੀਆਂ ਨੂੰ ਇੱਥੇ ਲਾਗੂ ਕਰਦਾ ਹੈ, ਦਿੱਲੀ ਨੂੰ ਫਾਇਦਾ ਪਹੁੰਚਾਉਣ ਲਈ ਕੰਮ ਕਰਦਾ ਹੈ। ਹਵਾਰੇ ਹੋਣਾ ਨੂੰ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਜੇਲ੍ਹ 'ਚ ਜਿਹੜੀ ਬਤੀਤ ਕਰਤੀ, ਉਹਨਾਂ ਤੇ ਅਨੇਕ ਪ੍ਰਕਾਰ ਦੇ ਤਸ਼ੱਦਦ ਹੋਏ, ਉਹਨਾਂ ਨੂੰ ਸਰੀਰਕ ਯਾਤਨਾਵਾਂ ਦਿੱਤੀਆਂ ਗਈਆਂ, ਉਹਨਾਂ ਨੂੰ ਮਤਲਬ ਉਹਨਾਂ ਦੀ ਰੀੜ੍ਹ ਦੀ ਹੱਡੀ ਦੀ ਮੁਸ਼ਕਲ ਇਸ ਕਰਕੇ ਤਸ਼ੱਦਦ ਕਰਕੇ ਸਾਹਮਣੇ ਆਈ। ਸੋ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਸਾਡੀ ਖਾਤਰ, ਪੰਥ ਦੀ ਖਾਤਰ ਐਡੀ ਕੁਰਬਾਨੀ ਕੀਤੀ ਹੈ, ਉਹਨਾਂ ਨੂੰ ਅੱਜ ਵੀ ਜੇਲ੍ਹਾਂ 'ਚ ਵੇਖ ਕੇ ਸਾਡਾ ਜਿਹੜਾ ਵਾ ਦਿਲ ਬਹੁਤ ਹਿਰਦਾ ਦੁਖੀ ਹੁੰਦਾ। ਸੋ ਉਹਦੇ ਚੱਕਰ 'ਚ ਅਸੀਂ ਜਦੋਂ ਮੁਹਾਲੀ ਗਏ, ਉੱਥੇ ਵੀ ਜਾ ਕੇ ਅਸੀਂ ਵੇਖਿਆ ਵੀ ਪੂਰੀ ਕੌਮ ਦੇ ਵਿੱਚ ਕਰੋਆ ਇਕੱਲਾ ਬੰਦੀ ਸਿੰਘ ਵਾਲੇ ਮਸਲੇ ਤੇ ਨਹੀਂ, ਬੇਅਦਬੀਆਂ ਦੇ ਮਸਲੇ ਤੇ ਪੂਰਾ ਜੇ ਇਹਨੂੰ ਵੇਖੀਏ ਵਾਚੀਏ ਤੇ ਇਹਦੀ ਜੜ ਗੁਲਾਮੀ ਨਾਲ ਜੁੜਦੀ। ਸਿੱਖ ਗੁਲਾਮੀ ਤੋਂ ਅੱਕੇ ਨੇ ਔਰ ਗੁਲਾਮੀ ਤੋਂ ਦੇ ਖਿਲਾਫ ਸੰਘਰਸ਼ ਕਰਨ ਲਈ ਸਿੱਖ ਤਿਆਰ ਨੇ। ਹੁਣ ਹਕੂਮਤ ਨੂੰ ਇਹ ਵੇਖਣਾ ਪੈਣਾ ਹੈ ਵੀ ਸਿੱਖਾਂ ਨੂੰ ਕਿਹੜੇ ਰਾਹ ਤੇ ਤੋਰਨਾ। ਜੇ ਤੇ ਸ਼ਾਂਤਮਈ ਤਰੀਕੇ ਨਾਲ ਸਿੱਖਾਂ ਦੇ ਹੱਕ ਉਹਨਾਂ ਨੂੰ ਦੇਣੇ ਨੇ ਫਿਰ ਤੇ ਠੀਕ ਹੈ, ਜੇ ਨਹੀਂ ਦੇਣੇ ਤੇ ਫਿਰ ਸਿੱਖਾਂ ਤੇ ਇਲਜ਼ਾਮ ਕੋਈ ਵੀ ਨਾ ਲਾਵੇ ਧਿਰ, ਨਾ ਤੇ ਹਕੂਮਤ ਲਾਵੇ ਬਾਅਦ 'ਚ ਤੇ ਨਾ ਕੋਈ ਹੋਰ ਧਿਰ ਜਿਹੜੀ ਬਾਅਦ 'ਚ 84 ਦੇ ਵਿੱਚ ਵੀ ਕਹਿੰਦੀ ਵੀ ਸਿੱਖਾਂ ਨੇ ਹਥਿਆਰ ਕਿਉਂ ਚੱਕੇ। ਹੁਣ ਤੁਹਾਡੇ ਸਾਹਮਣੇ ਸਾਡੇ ਹਾਲਾਤ ਨੇ ਅੱਜ ਦੇ ਸਮੇਂ 'ਚ। ਅਸੀਂ ਦਲੀਲਾਂ ਪੀਲਾਂ ਕੋਰਟ ਹਰ ਦਰਵਾਜ਼ਾ ਖੜਕਾ ਕੇ ਵੇਖ ਲਿਆ, ਸਾਡੀ ਕੋਈ ਨਹੀਂ ਸੁਣ ਰਿਹਾ। ਤੇ ਜੇ ਇਸ ਤੋਂ ਬਾਅਦ 'ਚ ਕੌਮ ਆਪਣਾ ਸੰਘਰਸ਼ ਆਪ ਲੜਦੀ ਹੈ ਕਿਸੇ ਤਰੀਕੇ ਨਾਲ ਤੇ ਇਹਦਾ ਦੋਸ਼ ਸਿੱਧਾ ਹਕੂਮਤ ਨੂੰ ਜਾਂਦਾ ਤੇ
ਜਿਵੇਂ ਜਿਵੇਂ ਆਬਾਦੀ ਵੱਧ ਰਹੀ ਹੈ ਉਵੇਂ ਹੀ ਸੜਕਾਂ ਉੱਪਰ ਵਾਹਨ ਵੀ ਵੱਧ ਰਹੇ ਨੇ ਤੇ ਸੜਕਾਂ ਉਹੀ ਪਹਿਲਾਂ ਵਾਲੀਆਂ ਨੇ। ਇੱਕ ਰਿਪੋਰਟ ਮੁਤਾਬਿਕ ਹਰ ਸਾਲ 2 ਲੱਖ ਤੋਂ ਵੱਧ ਨਵੀਆਂ ਕਾਰਾਂ ਅਤੇ ਮੋਟਰਸਾਈਕਲ ਸੜਕਾਂ ਤੇ ਉਤਰਦੀਆਂ ਨੇ, ਪਰ ਸੜਕਾਂ ਉਵੇਂ ਹੀ ਪਹਿਲਾਂ ਵਾਲੀਆਂ ਹੀ ਨੇ। ਹਾਲਾਂਕਿ ਸਮੇਂ ਦੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰਾਂ ਲੁਧਿਆਣਾ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਨਵੇਂ ਪੁਲ ਬਣਾਏ ਜਾਣ ਦਾ ਦਾਅਵਾ ਕਰਦੀ ਹੈ, ਪਰ ਇੱਕ ਤੋਂ ਬਾਅਦ ਕਈ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ, ਪਰ ਹਾਲੇ ਤੱਕ ਪੁਲ ਬਣਾਉਣ ਦਾ ਕੰਮ ਪੂਰਾ ਨਹੀਂ ਹੋ ਸਕਿਆ, ਜਿਸ ਕਰਕੇ ਟ੍ਰੈਫਿਕ ਪ੍ਰਸ਼ਾਸਨ ਨੂੰ ਰੂਟ ਪਲਾਨ ਬਦਲਣਾ ਪੈਂਦਾ ਹੈ, ਜਿਸ ਕਰਕੇ ਸ਼ਹਿਰ ਵਿੱਚ ਹਰ ਪਾਸੇ ਨਜ਼ਰ ਮਾਰੋ ਤਾਂ ਜਾਮ ਹੀ ਨਜ਼ਰ ਆਉਂਦਾ ਹੈ। ਉਦਾਹਰਨ ਦੇ ਤੌਰ ਤੇ ਜੇ ਤੁਸੀਂ ਸਮਰਾਲਾ ਚੌਂਕ ਤੋਂ ਬੱਸ ਅੱਡੇ ਤੱਕ ਜਾਣਾ ਹੈ ਤਾਂ ਇਹ 4 ਕਿਲੋਮੀਟਰ ਦਾ ਸਫ਼ਰ ਘੱਟੋ ਘੱਟ ਪੌਣੇ ਘੰਟੇ ਵਿੱਚ ਪੂਰਾ ਹੋਵੇਗਾ। ਫਿਰ ਅਗਰ ਕੋਈ ਮਰੀਜ਼ ਹਸਪਤਾਲ ਜਾਣਾ ਚਾਹੁੰਦਾ ਹੈ ਤਾਂ ਉਹ ਵੀ ਸਮੇਂ ਸਿਰ ਨਹੀਂ ਪਹੁੰਚ ਸਕਦਾ। ਇਸੇ ਕਾਰਨ ਕਿਸੇ ਨੇ ਆਪਣੇ ਦਫ਼ਤਰ ਜਾਂ ਕੰਮ ਤੇ ਜਾਣਾ ਹੈ ਉਸ ਨੂੰ 1 ਘੰਟਾ ਪਹਿਲਾਂ ਘਰੋਂ ਨਿਕਲਣਾ ਪੈਂਦਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ। ਟ੍ਰੈਫਿਕ ਦੇ ਮੁੱਦਿਆਂ ਤੇ ਸ਼ਹਿਰ ਵਾਸੀਆਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਖਾਸ ਰਿਪੋਰਟ 'ਚ। ਗੁੜੀਆ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਿਲਪ੍ਰੀਤ ਕੌਰ ਹੈ, ਮੈਂ ਲੁਧਿਆਣੇ ਦੀ ਵਾਸੀ ਹੈਗੀ ਹਾਂ। ਜਗ੍ਹਾ ਜਗ੍ਹਾ ਮੈਂ ਦੇਖਦੀ ਹੈਗੀ ਹਾਂ ਟ੍ਰੈਫਿਕ ਹੀ ਬਹੁਤ ਹੈ। ਹੁਣ ਜਿੱਦਾਂ ਮੈਂ ਕਾਲਜ ਜਾਣਾ ਸੀਗਾ, ਉੱਥੇ ਕਾਲਜ ਜਾਣ ਦਾ ਟਾਈਮ 8:30 ਵਜੇ ਹੈਗਾ, ਕਾਲਜ ਪਹੁੰਚ ਹੀ ਨਹੀਂ ਪਾਉਂਦੇ ਹੈਗੇ। ਜੇ 15 ਮਿੰਟ ਪਹਿਲਾਂ ਵੀ ਤੁਰੀਏ ਤਾਂ ਵੀ ਇੰਨਾ ਰਸ਼ ਹੁੰਦਾ ਹੈਗਾ। ਗਿੱਲ ਰੋਡ ਤੇ ਇੰਨਾ ਰਸ਼ ਹੈਗਾ, ਇੱਥੇ ਫੀਲਡਗੰਜ ਇੰਨਾ ਰਸ਼ ਹੈ, ਫਿਰੋਜ਼ਪੁਰ ਰੋਡ ਤੇ ਸਾਰੀ ਜਗ੍ਹਾ ਕੰਸਟਰਕਸ਼ਨ ਦਾ ਕੰਮ ਹੀ ਚੱਲੀ ਜਾਂਦਾ ਹੈ। ਤਾਂ ਸਰਕਾਰ ਨੂੰ ਕੁਝ ਚਾਹੀਦਾ, ਕੁਝ ਕਰਨ ਟ੍ਰੈਫਿਕ ਨੂੰ ਰੋਕਣ ਲਈ, ਕੰਟਰੋਲ ਕਰਨ ਲਈ। ਉਹ ਕੁਝ ਕਰਦੀਆਂ ਹੀ ਨਹੀਂ ਹੈਗੀਆਂ। ਵੈਸੇ ਚਲਾਨ ਕੱਟ ਲੈਂਦੀਆਂ ਹੈਗੀਆਂ, ਪਰ ਜਿੱਥੇ ਟ੍ਰੈਫਿਕ ਹੁੰਦਾ ਉੱਥੇ ਹੁੰਦੀ ਨਹੀਂ ਪੁਲਿਸ। ਕਿੰਨੀ ਕੁ ਦਿੱਕਤ ਆ ਰਹੀ ਹੈ? ਕਾਫੀ ਦਿੱਕਤ ਆ ਰਹੀ ਹੈਗੀ ਹੈ। ਜਿੱਦਾਂ ਸਟੂਡੈਂਟਸ ਨੂੰ ਤਾਂ ਜ਼ਿਆਦਾ ਹੀ ਆਉਂਦੀ ਪਈ ਹੈ, ਜਿਹੜੇ ਕੰਮ ਤੇ ਬਿਜ਼ਨਸ ਆਪਣਾ ਕੰਮ ਤੇ ਜਾਂਦੇ ਪਏ, ਜੌਬ ਕਰਦੇ ਪਏ, ਉਹਨਾਂ ਨੂੰ ਹੀ ਇੰਨੀ ਦਿੱਕਤ ਆਈ ਜਾਂਦੀ ਹੈ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਇਹ ਚੀਜ਼ਾਂ ਵੱਲ ਵੀ ਧਿਆਨ ਦਿਵੋ। ਟ੍ਰੈਫਿਕ ਵੱਲੋਂ ਜ਼ਿਆਦਾ ਧਿਆਨ ਨਹੀਂ ਦਿੰਦੇ, ਚਲਾਨ ਹੀ ਕੱਟਦੇ ਰਹਿੰਦੇ ਨੇ। ਜਿੱਥੇ ਟ੍ਰੈਫਿਕ ਹੁੰਦਾ ਉੱਥੇ ਕੰਟਰੋਲ ਹੀ ਨਹੀਂ ਕਰਦੇ ਹੈਗੇ ਉਹ, ਤਾਂ ਉੱਥੇ ਵੀ ਥੋੜਾ ਜਿਹਾ ਧਿਆਨ ਦੇਣ। ਕੀ ਨਾਮ ਹੈ ਤੁਹਾਡਾ ਜੀ? अंकित ਭਾਜੀ ਕਿਹੜੀ ਜਗ੍ਹਾ ਤੋਂ ਹੈ, ਕਿਹੜੀ ਜਗ੍ਹਾ? मॉडल टाउन तो जा रहे हैं, गिल रोड जा रहे हैं। तो सर कितनी को दिक्कत आ रही? जाम लंबा लगा है। 2 हफ्ते हो गए, 1 घंटा लग जाता जाम में। तो सर 2 ਮਿੰਟ ਦਾ ਰਸਤਾ ਹੈ, ਘੰਟਾ ਲੱਗ ਜਾਂਦਾ। ਕੀ ਕਾਰਨ ਸਮਝਦੇ ਹੋ? ਪ੍ਰਸ਼ਾਸਨ ਨੂੰ ਅਤੇ ਮੁਸਤੈਦ ਹੋਣਾ ਚਾਹੀਦਾ, ਟ੍ਰੈਫਿਕ ਪੁਲਿਸ ਨੂੰ ਲੱਗਣਾ ਚਾਹੀਦਾ। बिल्कुल होना चाहिए। कोई पुलिस वाला नहीं खड़ा, कोई ट्रैफिक नहीं देखने नहीं खड़ा, जो कि मर्जी नाल लगी जाते हैं। एड्डा रश आ, रोज का बुरा हाल है, रोज का। ਐਂਬੂਲੈਂਸ ਵੀ ਫਸੀ ਸੀ ਇੱਥੇ, ਕਿਸ ਤਰੀਕੇ ਨਾਲ ਦੇ ਦਿਓ? ਜੇ ਐਂਬੂਲੈਂਸ ਜਿਹੜਾ ਮਰੀਜ਼ ਹੈ ਉਹਦੇ ਵਾਸਤੇ 1 ਮਿੰਟ ਕੀਮਤੀ ਹੁੰਦਾ, ਇੱਥੇ ਘੰਟਾ ਜਾਮ ਲੱਗਾ ਹੈ ਜੀ। ਇਹ ਤਾਂ ਹੁਣ ट्रैफिक पुलिस वालों ਨੂੰ ਖੜਨਾ ਚਾਹੀਦਾ, ਕੱਢਣੀ ਚਾਹੀਦੀ ਹੈ ਗੱਡੀਆਂ ਜੀ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤਾਂ ਕਿ ਐਂਬੂਲੈਂਸ ਤਾਂ ਸਿਰਫ ਹੋਵੇ ਲੰਘਣ ਦਾ ਰਸਤਾ? ਹੁਣ ਆ ਕੰਮ ਇੰਨਾ ਹੋ ਰਿਹਾ ਹੈ, ਰਾਤ ਨੂੰ ਕਰਨ ਕੰਮ, ਆ ਦਿਨੇ ਕੰਮ ਕਰਦੇ ਆ। ਇੰਨਾ ਟ੍ਰੈਫਿਕ ਹੁੰਦਾ, ਆਫਿਸ ਆਵਰਸ ਦਾ ਟਾਈਮ ਹੁੰਦਾ, ਸਕੂਲ ਜਾਣ ਦਾ ਟਾਈਮ ਹੁੰਦਾ, ਇਹ ਰਾਤ ਨੂੰ ਕਰਨ ਕੰਮ ਜਦ ਵਿਹਲਾ ਹੁੰਦਾ ਸਾਰਾ ਸਿਸਟਮ। ਥੈਂਕ ਯੂ। ਕੀ ਨਾਮ ਹੈ ਤੁਹਾਡਾ ਜੀ? ਜੀ ਮੇਰਾ ਨਾਮ ਮੁਹੰਮਦ ਅਸਲਮ ਆ। ਹਾਂਜੀ। ਇਹ ਐਂਬੂਲੈਂਸ ਇੱਕ ਜਾ ਰਹੀ ਸੀਗੀ, ਬਹੁਤ ਲੰਬਾ ਜਾਮ ਲੱਗਾ ਆ ਇੱਥੇ ਬੱਸ ਅੱਡੇ ਦੇ ਪੁਲ ਦੇ ਕੋਲ ਜੀ। ਆਪਾਂ ਨੂੰ ਮੈਂ ਮੋਟਰਸਾਈਕਲ ਜਾ ਰਿਹਾ ਸੀਗਾ, ਕੋਈ ਰਸਤਾ ਵੀ ਨਹੀਂ ਦੇ ਰਿਹਾ ਸੀ, ਕੋਈ ਪੁਲਿਸ ਵੀ ਨਹੀਂ ਹੈਗੀ ਇੱਥੇ। ਹੁਣ ਹੀ ਮੈਂ ਜਾਮ ਕਢਾ ਕੇ ਹਟਿਆ, ਪੂਰਾ ਥੱਕਿਆ ਹੋਇਆ। ਕਿੰਨੀ ਕੁ ਦੇਰ ਹੋ ਗਈ ਇੱਥੇ ਜਾਮ ਲੱਗਾ ਹੈ? ਜੀ ਮੈਨੂੰ ਅੱਧਾ ਘੰਟਾ ਹੋ ਗਿਆ ਜਾਮ 'ਚ ਫਸੇ ਹੋਏ। ਹੁਣ ਫਿਰ ਕੋਈ ਰਸਤਾ ਦੇ ਨਹੀਂ ਰਿਹਾ ਸੀਗਾ ਐਂਬੂਲੈਂਸ ਨੂੰ, ਤਾਂ ਮੈਨੂੰ ਕਢਾਉਣਾ ਪਿਆ। ਤੇ ਗੱਲ ਕਰੀਏ ਜਿਹੜੀ ਐਂਬੂਲੈਂਸ ਹੈ, ਜਿਹੜਾ ਪੇਸ਼ੈਂਟ ਹੁੰਦਾ ਵਿੱਚ 1 ਮਿੰਟ ਕੀਮਤੀ ਹੁੰਦਾ, ਇੱਥੇ ਇੱਕ ਨਹੀਂ ਤਕਰੀਬਨ 2 ਐਂਬੂਲੈਂਸ ਹੋਣੇ ਫਸੀਆਂ ਸੀ। ਹਾਂਜੀ ਹਾਂਜੀ। ਤੇ ਕਿਸ ਤਰੀਕੇ ਨਾਲ ਦੇ ਦਿਓ ਹਾਂ ਵੀ ਜਿਹੜਾ ਪ੍ਰਸ਼ਾਸਨ ਟ੍ਰੈਫਿਕ ਪੁਲਿਸ ਵੀ ਉੱਥੇ ਲੱਗਣਾ ਚਾਹੀਦਾ ਤਾਂ ਕਿ ਕੋਈ ਪੁਲਿਸ ਹੀ ਨਹੀਂ ਹੈਗੀ ਇੱਥੇ। ਹੁਣ ਆਪ ਮਜਬੂਰੀ ਆ ਕੇ ਆਪ ਨੂੰ ਐਂਬੂਲੈਂਸ ਕਢਾਉਣਾ ਪਿਆ, ਕਿਉਂਕਿ ਹਰ ਬੰਦੇ ਲਈ ਜਾਨ ਦੀ ਕੀਮਤ ਹੁੰਦੀ ਹੈ ਜੀ, ਆਪਣਾ ਹੋਵੇ ਔਰ ਕਿਸੇ ਦਾ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਜੀ ਇਹ ਕਵਾਂਗੇ ਹਰ ਇੱਕ ਜਿੱਦਾਂ ਕਿ ਚੌਂਕ ਹੈਗਾ ਉੱਥੇ ਟ੍ਰੈਫਿਕ ਪੁਲਿਸ ਹੋਣੀ ਚਾਹੀਦੀ ਹੈ ਤਾਂ ਕਿਸੇ ਨੂੰ ਦਿੱਕਤ ਨਾ ਹੋਵੇ। ਕਿੰਨੀ ਕੁ ਦਿੱਕਤ ਆ ਰਹੀ ਹੈ? ਜੀ ਦਿੱਕਤ ਤਾਂ ਬਹੁਤ ਹੈਗੀ ਆ, ਦੇਖੋ ਤੁਸੀਂ ਇਹਦੇ ਕਰਕੇ ਵੀ ਬੜੀ ਦਿੱਕਤ ਆ ਰਹੀ ਆ। 2 ਮਿੰਟ ਦਾ ਰਸਤਾ, ਕਿੰਨੇ ਟਾਈਮ ਹੋ ਗਿਆ ਤੁਹਾਨੂੰ ਖੜੇ ਨੂੰ? ਮੈਨੂੰ ਜੀ ਅੱਧਾ ਪੌਣਾ ਘੰਟਾ ਹੋ ਗਿਆ ਖੜੇ ਹੋਏ। ਮੈਂ ਐਂਬੂਲੈਂਸ ਦੇ ਪਿੱਛੇ ਹੀ ਸੀਗਾ, ਤਾਂ ਮੇਰਾ ਇੱਕ ਯਾਰ ਦੋਸਤ ਮੇਰੇ ਨਾਲ ਸੀਗਾ, ਉਹਨੂੰ ਮੋਟਰਸਾਈਕਲ ਫੜਾ ਕੇ मैं एम्बुलेंस कढ़ाई है उन्हें। मिल जाता है, लेकिन असली नाम तब होता है जब आप कुछ काम करके दिखाते हैं। तो संतों गुरुओं के आशीर्वाद से, उनके उपदेश से आज भी इस देश में मानवता के भले के लिए लोग संघर्ष कर रहे हैं, भाईचारे के लिए संघर्ष कर रहे हैं। तो मैं भी दरबार साहिब अरदास करने आया हूँ कि इस देश का जो भाईचारा है वो बना रहे। इस देश में जो कमज़ोर तबके हैं उनके भले के लिए, उनको खड़े करने के लिए जो गुरुओं ने पहले से प्रक्रिया जो है प्रयास किए वो आगे बढ़े।
और यहाँ इंसानों जैसा जीवन जो है, जो सिक्की में का गुण है, जो सिक्की की पहचान है कि मानव एक समान, वो बना रहे, जो अभी किन्हीं कारणों से नहीं बना हुआ है। तो आज देश के हालात में ये कहना कोई बड़ी बात नहीं है कि देश के हालात जो हैं वो बड़े कमज़ोर किए जा रहे हैं षड्यंत्र करके। ऐसे में हमें एकजुट रह के अपने प्रदेश के लिए भाईचारे की एक नई पहल करनी चाहिए, और जो कमज़ोर लोग हैं जिनको अधिकार नहीं मिले, उनके अधिकार किस तरह से मिले, इसके लिए भी संघर्ष करना चाहिए। उसी कार्य को हम लोग आगे बढ़ा रहे हैं। गुरुओं ने जो कुर्बानियाँ दी हैं, उन कुर्बानियों से हमें सीख लेनी चाहिए कि किस तरह से जो है एक अच्छे विचार के लिए, एक अच्छे रास्ते के लिए, मानवता के भले के लिए कुर्बानियाँ सदियों से जो है दी गई और आगे भी देते हम लोग जो है रहेंगे। कौन लोग देश कमजोर कर रहे हैं? ये वो लोग हैं जो नहीं चाहते इस देश में भाईचारा बने। कौन है? और ये सब आरएसएस बीजेपी के लोग, ये वो लोग हैं जो इस देश को बांट के रखना चाहते हैं। ये वो लोग हैं जो ऊंच नीच की भावना पैदा करते हैं। तो इसलिए ऐसे लोगों से हमें अपने लोगों को सावधान रखना। लेकिन जो हिंदू राष्ट्र की बात कर रहे हैं, लेकिन ईसाई धर्म में परिवर्तन जो हो रहा है, चाहे वो हिंदू धर्म हो चाहे वो सिख धर्म हो, बड़ी संख्या में हो रहा है। तो फिर ये प्रचार कहाँ रह गया? फिर हिंदू राष्ट्र के लिए प्रचार कहाँ है? देखिए, ये सेकुलर मुल्क है, इसमें संविधान है। सभी धर्मों पंथों को अपनी पूजा अर्चना उपासना करने का अधिकार है और उसको आगे बढ़ाने का अधिकार है। एक मुल्क पहले से जो है धार्मिक हुआ था पाकिस्तान के रूप में, उसका हमने इतिहास देख लिया कि उनको कितनी कीमत चुकानी पड़ी। हम अपने देश को ताकतवर देखना चाहते हैं और जिसकी पहचान है वो बनी रहनी चाहिए। मुझे लगता है किसी एक धर्म के बारे में अगर प्रयास किया जाएगा तो इससे बड़ा नुकसान होगा, देश में कॉन्फ्लिक्ट पैदा होगा, वो नहीं होना चाहिए। जथेदार साहब से आपकी जो बातचीत हुई उसका सारांश बता दीजिए। कितनी देर मीटिंग चली? देखिए, मेरे मन में बहुत सारे सवाल थे। एक बड़ा सवाल ये था कि बाबा साहब अम्बेडकर ने ये सिक्खी क्यों एक्सेप्ट नहीं की। ये जो सवाल है, आज इसका जो सवाल का जो जवाब है वो भी मुझे यहाँ से मिला इस किताब के रूप में। तो आज जत्थेदार साहब से मिलके बहुत सारी जो जानकारियाँ थी वो हासिल की, क्योंकि मैं सीखने के समय में हूँ। धीरे धीरे हम लोग सीख रहे हैं। तो ये भी एक ऐतिहासिक जगह है जहाँ से आप सीख सकते हैं। तो आपको क्या आश्वासन दिया जत्थेदार साहब? जत्थेदार साहब ने आश्वासन दिया, उनका आशीर्वाद है कि इस लड़ाई में जो है उनका आशीर्वाद मुझे हमेशा मिलता रहेगा। और मैं उनसे वादा करता हूं कि मानवता के भलाई के लिए जो भी काम मुझसे बन पड़ेगा, मैं उसके लिए लगातार तैयार रहूँगा। मैं कभी इस देश में मानवता किसी लड़ाई को नहीं चूकूँगा। बहुत बहुत जो है पवित्र दरबार साहब पे जो है आके अच्छा लगा। अच्छा, एक पंजाब के साथ एक बड़ा क्राइसिस चलता आ रहा है कि हमारे जो सिख कैदी हैं उन्हें 30-30, 35-35 साल से जेलों में बंद रखा गया। संविधान की भावना के उल्ट काम चल रहा है। चाहे उसमें कांग्रेस थी चाहे बीजेपी है, सभी एक ही समान काम कर रहे हैं। इसके बारे में आप क्या कहते हैं? देखिए, देश में संविधान है, इस देश में आईपीसी है, सीआरपीसी है। अगर किसी के द्वारा कोई अपराध किया गया है तो इसकी एक सज़ा जो है, एक सीमित समय जो है वो मुकर्रर है। कहीं 7 साल की सज़ा है, कहीं 10 साल की सज़ा है, किन्हीं उसमें 20 साल की, कहीं आजीवन है। लेकिन जिनकी सज़ाएं पूरी हो गई उनको राजनीतिक एजेंडे सेट करने के लिए जेल में नहीं रखना चाहिए। मेरी पिछली सरकारों से तो अब उनकी तो है ही नहीं, जिनकी है उनसे अपील है कि वो मानवता का भी ध्यान रखें। जानबूझ के अपने राजनीतिक षड्यंत्र को कामयाब करने के लिए किसी को बंद ना रखे। ये मानवता का जो सारांश है, मानवता का जो किस्सा है, उसके साथ भी अपराध है। ठीक है। तो सरकार से हमारी मांग है कि जो बंदी सिख हैं उनको तो जल्दी से जल्दी रिहा करें, जिससे कि न्याय उनके साथ न्याय हो। क्योंकि अगर किसी के साथ अन्याय होता और चुप्पी रखी जाती है तो ये गलत है। जिनके साथ अन्याय हो रहा है उनकी लड़ाई लड़नी पड़ेगी। इसलिए मैं सरकार से मांग करता हूं कि बंदी सिखों को जल्दी जल्दी रिहा करें। गरेवाल साहब, ਤੁਸੀਂ ਦੱਸੋ ਕਿ